जेता समुंद सागर नीर भरिया, तेते अवगुण हमारे, दया करो किछ मेहरु पाव। डुबदे पत्थर तारे, जीड़ा गुन बराबर तपे, भीतर वगै काती। प्रणवत नानक हुक्म पछाणै, सुख होवै दिन राती। प्रणवत नानक हुक्म पछाणै, सुख होवै दिन राती। सतनाम वाहिगुरु जी। फरीदा मन मैदान कर, टोए टिबे लाहे। अगे मूल न आवसी, दोजक संधि पाहे। महला पंजवा। फरीदा खालक खलक में, खलक वसै रब माहे। मंदा किसनो आखिए, जा तिस बिन कोई नाहि। फरीदा खालक खलक में, खलक वसै रब माहे। मंदा किसनो आखिए, जा तिस बिन कोई नाहि। जुगो जुग अटल चवर छत्र तख दे मालिक, हाजरा हजूर ज़ारा ज़हूर शब्द गुरु। धन सतगुरु गुरु ग्रंथ साहिब सच्चे पातशाह महाराज जी दे पावन पवित्र निघी गोद अंदर ਅੰਮ੍ਰਿਤ ਵੇਲੇ ਦੇ ਪਾਵਨ ਦੀਵਾਨ ਦੀਆਂ ਹਾਜ਼ਰੀਆਂ ਭਰੇ ਸਤਸੰਗੀ ਜਨੋ, ਵੱਡਿਆਂ ਭਾਗਾਂ ਵਾਲੇ ਹੋ, ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੇ ਚਰਨ ਸ਼ਰਨ ਵਿੱਚ ਜੁੜ ਬੈਠਣ ਦਾ ਸਮਾਂ ਗੁਰਦੇਵ ਪਾਤਸ਼ਾਹ ਨੇ ਬਖਸ਼ਿਆ ਹੈ। ਆਪ ਜੀਆਂ ਨੇ ਰੱਬੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਚੱਲ ਰਹੇ ਵਿਚਾਰ ਵਿੱਚ ਅੱਜ ਬਾਬਾ ਫਰੀਦ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ 74 ਨੰਬਰ ਔਰ 75 ਨੰਬਰ ਸ਼ਲੋਕ ਦੀ ਵਿਚਾਰ ਹੈ। ਮਨੋਬਿਰਤੀਆਂ ਨੂੰ ਇਕਾਗਰ ਕਰਦਿਆਂ ਪਾਵਨ ਦੀਵਾਨ ਦੀਆਂ ਹਾਜ਼ਰੀਆਂ ਲਵਾਓ। ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਫਰੀਦ ਸਾਹਿਬ 74 ਨੰਬਰ ਸ਼ਲੋਕ ਦੇ ਅੰਦਰ ਰਹਿਮਤ ਕਰਦੇ ਨੇ, ਕਹਿੰਦੇ ਨੇ ਕਿ ਫਰੀਦਾ ਮਨ ਮੈਦਾਨ ਕਰ। ਕਹਿੰਦੇ ਕਿ ਇਹ ਫਰੀਦ ਇਸ ਮਨ ਨੂੰ ਮੈਦਾਨ ਕਰ, ਮਨ ਨੂੰ ਪੱਧਰਾ ਕਰ। ਜਿਵੇਂ ਮੈਦਾਨ ਪੱਧਰਾ ਹੋਏ ਨਾ, ਸਾਫ਼ ਹੋਏ, ਤਾਂ ਹੀ ਉਸ ਮੈਦਾਨ ਦੇ ਅੰਦਰ ਕੋਈ ਖੇਡ, ਕੋਈ ਗੇਮ ਖੇਲੀ ਜਾ ਸਕਦੀ ਹੈ। ਤੇ ਸਿਆਣੇ ਸਰੋਤੇ ਬੈਠੇ ਹੋ, ਜੇ ਘਰ ਦੇ ਅੰਦਰ ਸੇਜਾ ਜਿਸ ਦੇ ਉੱਪਰ ਮਨੁੱਖ ਵਿਸ਼ਰਾਮ ਕਰਦਾ ਹੈ, ਉਹ ਸੇਜਾ ਚੰਗੀ ਤਰ੍ਹਾਂ ਨਾ ਵਿਛੀ ਹੋਏ ਤੇ ਸੁਭਾਵਕ ਮਨੁੱਖ ਕਹਿ ਦਿੰਦਾ ਹੈ ਕਿ ਸੇਜਾ ਨੂੰ, ਪਲੰਗ ਨੂੰ ਸਹੀ ਢੰਗ ਦੇ ਨਾਲ ਵਿਛਾਓ, ਤਾਂ ਹੀ ਇਹ ਬੈਠਣ ਯੋਗ ਹੈ। ਬਾਬਾ ਫਰੀਦ ਸਾਹਿਬ ਕਹਿੰਦੇ ਨੇ ਕਿ ਜੇ ਇਸ ਹਿਰਦੇ ਰੂਪੀ ਸੇਜ ਦੇ ਵਿੱਚ, ਇਸ ਮਨ ਰੂਪੀ ਮੈਦਾਨ ਦੇ ਵਿੱਚ ਰੱਬ ਨੂੰ ਬਿਠਾਣਾ ਚਾਹੁੰਦਾ ਹੈ ਨਾ, ਤੇ ਇਸ ਮਨ ਨੂੰ ਮੈਦਾਨ ਕਰ ਦੇ, ਇਸ ਮਨ ਨੂੰ ਪੱਧਰਾ ਕਰ ਦੇ। ਤੇ ਪੱਧਰਾ ਕਿਵੇਂ ਹੋਏ? ਟੋਏ ਟਿੱਬੇ ਲਾਹੇ। ਟੋਏ ਕਿਹਾ ਜਾਂਦਾ ਹੈ ਖੱਡੇ ਨੂੰ, ਤੇ ਟਿੱਬੇ ਤੋਂ ਭਾਵ ਜਿੱਥੇ ਜ਼ਮੀਨ ਦਾ ਕੁਝ ਹਿੱਸਾ ਉੱਠਿਆ ਹੁੰਦਾ ਹੈ, ਟਿੱਬਾ ਬਣਿਆ ਹੁੰਦਾ ਹੈ। ਇਸ ਮਨ ਨੂੰ ਮੈਦਾਨ ਕਰਨ ਲਈ ਜੋ ਟੋਏ ਔਰ ਟਿੱਬੇ ਨੇ, ਉਹਨਾਂ ਨੂੰ ਲਾਹ ਦੇ, ਉਹਨਾਂ ਨੂੰ ਦੂਰ ਕਰ ਦੇ। ਫਰੀਦਾ ਮਨ ਮੈਦਾਨ ਕਰ, ਟੋਏ ਟਿੱਬੇ ਲਾਹੇ। ਹੁਣ ਟੋਏ ਔਰ ਟਿੱਬੇ ਕੀ ਨੇ?
ਔਰ ਟਿੱਬੇ ਨੇ ਕਿ ਹੋਰਾਂ ਨੂੰ ਆਪਣੇ ਤੋਂ ਨੀਵਾਂ ਸਮਝਣਾ ਔਰ ਆਪਣੇ ਆਪ ਨੂੰ ਹੋਰਾਂ ਦੇ ਬਰਾਬਰ ਨਹੀਂ, ਉਹਨਾਂ ਤੋਂ ਉੱਚਾ ਸਮਝਣਾ, ਇਹ ਹਿਰਦੇ ਅੰਦਰ ਟੋਏ ਟਿੱਬੇ ਬਣੇ ਹੋਏ ਨੇ। ਕਿ ਆਪਣੇ ਤੋਂ ਹੀਣਤਾ ਭਾਵ ਕਰਕੇ ਲੋਕਾਂ ਨੂੰ ਨੀਵਾਂ ਸਮਝਣਾ ਔਰ ਆਪਣੇ ਆਪ ਨੂੰ ਹੋਰਾਂ ਨੂੰ ਉੱਚਾ ਸਮਝਣਾ, ਇਹ ਟੋਏ ਟਿੱਬੇ ਜਿਸ ਮਨ ਦੇ ਅੰਦਰ ਵਸੇ ਹੋਏ ਨੇ। ਤੇ ਬਾਬਾ ਫਰੀਦ ਸਾਹਿਬ ਆਖਦੇ ਨੇ ਇਹਨਾਂ ਟੋਏ ਟਿੱਬਿਆਂ ਨੂੰ ਆਪਣੇ ਮਨ ਆਪਣੇ ਹਿਰਦੇ ਵਿੱਚੋਂ ਦੂਰ ਕਰ ਦੇ। ਤੇ ਅੱਗੇ ਆਖਦੇ ਨੇ ਕਿ ਅੱਗੇ ਮੂਲ ਨਾ ਆਵਸੀ, ਅੱਗੇ ਫਿਰ ਮੂਲ ਤੋਂ ਭਾਵ ਬਿਲਕੁਲ ਵੀ ਨਹੀਂ ਆਏਗੀ ਕਿ ਦੋਜਕ ਸੰਧੀ ਪਾਏ। ਦੋਜਕ ਕਿਹਾ ਜਾਂਦਾ ਹੈ ਨਰਕਾਂ ਨੂੰ, ਕਿ ਨਰਕਾਂ ਦੀ ਅੱਗ ਦੇ ਅੰਦਰ ਤੈਨੂੰ ਸੜਨਾ ਨਹੀਂ ਪਏਗਾ। ਭਾਵ ਇਥੇ ਦੋਜਕ ਦੀ ਅੱਗ ਤੋਂ ਭਾਵ ਹੈ ਕਿ ਉਹ ਜੀਵ ਫਿਰ ਕੱਲ ਕਲੇਸ਼ ਦੇ ਅੰਦਰ ਨਹੀਂ ਪੈਂਦਾ, ਜਿਸ ਨੇ ਆਪਣੇ ਹਿਰਦੇ ਅੰਦਰੋਂ ਇਹ ਮੇਰ ਤੇਰ ਵੇਲਾ ਭਾਵ ਉੱਚ ਨੀਵੇਂ ਦਾ ਭਾਵ ਹਿਰਦੇ ਅੰਦਰੋਂ ਮਿਟਾ ਦਿੱਤਾ ਹੈ। ਤੇ ਉਹ ਆਖਦਾ ਹੈ ਕਿ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ। ਜਦੋਂ ਮਨੁੱਖ ਇਹ ਗੱਲ ਸਮਝ ਜਾਏ ਕਿ ਮਾਲਕ ਨੇ ਇਹ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ, ਸ੍ਰਿਸ਼ਟੀ ਅੰਦਰ ਜਿਵੇਂ ਹੋਰ ਲੋਕਾਈ ਹੈ ਉਸੇ ਤਰ੍ਹਾਂ ਹੀ ਮੈਂ ਹਾਂ। ਤੇ ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਆਪਣੇ ਅੰਦਰੋਂ ਮੇਰ ਤੇਰ ਦਾ ਭਾਵ, ਆਪਣੇ ਅੰਦਰੋਂ ਉੱਚਾ ਹੋਣ ਦਾ ਭਾਵ, ਹੰਕਾਰ ਦਾ ਭਾਵ ਮਿਟਾ ਦੇ। ਤੇ ਫਿਰ ਦੋਜਕ ਦੀ ਅੱਗ ਦੇ ਅੰਦਰ ਭਾਵ ਕਿ ਕਲਪਨਾ ਦੀ ਅੱਗ ਦੇ ਅੰਦਰ ਉਹ ਜੀਵ ਨਹੀਂ ਸੜਦਾ, ਸਦਾ ਸਾਰਾ ਜੀਵਨ ਸੁਖੀ ਬਤੀਤ ਕਰਦਾ ਹੈ। ਅਗਲਾ ਸ਼ਲੋਕ ਜੋ ਹੈ ਸਤਿਗੁਰ ਮਹਾਰਾਜ ਨੇ ਰਹਿਮਤ ਕੀਤੀ, ਮਹੱਲਾ ਪੰਜਵਾਂ। ਇਹ ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਸ਼ਲੋਕ ਹੈ। ਤੇ ਇੰਜ ਕਹਿ ਲਵਾਂ ਕਿ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਨੇ ਬਾਬਾ ਫਰੀਦ ਸਾਹਿਬ ਜੀ ਦਾ 74 ਨੰਬਰ ਸ਼ਲੋਕ ਦੀ ਹੀ ਵਿਆਖਿਆ ਕੀਤੀ ਹੈ। ਜਿਵੇਂ ਪਿੱਛੇ ਵੀ ਅਸੀਂ ਪੜ੍ਹ ਕੇ ਆਏ ਹਾਂ, ਬਾਬਾ ਫਰੀਦ ਸਾਹਿਬ ਜੀ ਨੇ ਸ਼ਲੋਕ ਅੰਦਰ ਇਹ ਰਹਿਮਤ ਕੀਤੀ ਕਿ ਰਤੀ ਰਤ ਨਾ ਨਿਕਲੈ, ਜੇ ਤਨ ਚੀਰੈ ਕੋਏ, ਜੋ ਰਤੇ ਤਨ ਪ੍ਰਭ ਸਿਓ, ਤਿਤ ਤਨ ਰਤ ਨਾ ਹੋਏ। ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਰਤੀ ਰਤ ਨਾ ਨਿਕਲੈ, ਕਿ ਉਹਨਾਂ ਗੁਰਮੁਖਾਂ ਦੇ ਹਿਰਦੇ ਦੇ ਚੋਂ ਰਤ ਭਾਵ ਕੇ ਖੂਨ ਨਹੀਂ ਨਿਕਲਦਾ, ਜੋ ਰਤੇ ਜਿਹੜੇ ਪ੍ਰਭੂ ਦੇ ਨਾਲ ਰਤੇ ਹੋਏ ਨੇ। ਕਿ ਰਤੀ ਰਤ ਨਾ ਨਿਕਲੈ, ਜੇ ਰਤੇ ਜੋ ਮਾਲਕ ਦੇ ਨਾਲ ਰਤੇ ਹੋਏ ਨੇ। ਤੇ ਜੋ ਰਤੇ ਪ੍ਰਭ ਸਿਓ ਤਿਤ ਤਨ ਰਤ ਨਾ ਹੋਏ, ਉਹਨਾਂ ਦੇ ਅੰਦਰ ਰਤ ਨਹੀਂ। ਉਸੇ ਦੀ ਵਿਆਖਿਆ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਇਸ ਪ੍ਰਕਾਰ ਕੀਤੀ। ਉਹ ਆਖਦੇ ਨੇ ਕਿ ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ। ਕਿ ਕੋਈ ਐਸਾ ਤਨ ਨਹੀਂ ਜਿਸ ਵਿੱਚ ਰਤ ਨਾ ਹੋਏ। ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ। ਜੋ ਰਤੇ ਸ਼ੈ ਆਪਣੇ, ਤਿਤ ਤਨ ਲੋਭ ਰਤ ਨਾ ਹੋਏ। ਉਹਨਾਂ ਦੇ ਅੰਦਰ ਲੋਭ ਰੂਪੀ ਰਤ ਨਹੀਂ ਹੁੰਦਾ। ਹੁਣ ਇਸੇ ਤਰ੍ਹਾਂ ਸਤਿਗੁਰੂ ਬਾਬਾ ਫਰੀਦ ਸਾਹਿਬ ਜੀ ਦੇ ਇਸ ਸ਼ਲੋਕ ਦੀ ਵਿਆਖਿਆ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਕਰਦੇ ਨੇ, ਮਹੱਲਾ ਪੰਜਵਾਂ। ਤੇ ਬਾਬਾ ਫਰੀਦ ਸਾਹਿਬ ਜੀ ਦਾ ਨਾਮ ਸ਼ਬਦ ਵਰਤ ਕੇ ਆਖਦੇ ਨੇ ਕਿ ਫਰੀਦਾ ਖਾਲਕ ਖਲਕ ਮੈਂ। ਖਾਲਕ ਤੋਂ ਭਾਵ ਇਹ ਸ੍ਰਿਸ਼ਟੀ ਦਾ ਕਰਤਾ, ਖਲਕਤ ਨੂੰ ਬਣਾਉਣ ਵਾਲਾ ਜੋ ਖਾਲਕ ਹੈ ਉਹ ਖਲਕ ਮੈਂ। ਉਹ ਖਲਕਤ ਦੇ ਅੰਦਰ ਸ੍ਰਿਸ਼ਟੀ ਦੇ ਵਿੱਚ ਵਸਦਾ ਹੈ। ਤੇ ਖਲਕ ਵਸੈ ਰੱਬ ਮਾਹਿ, ਤੇ ਖਲਕਤ ਹੀ ਰੱਬ ਦੇ ਵਿੱਚ ਵਸਦੀ ਹੈ। ਉਸੇ ਦੀ ਜੋਤ ਸਾਰੀ ਖਲਕਤ ਦੇ ਵਿੱਚ ਵਸ ਰਹੀ ਹੈ। ਤੇ ਫਿਰ ਬਾਬਾ ਫਰੀਦ ਸਾਹਿਬ ਜੀ ਦੇ ਪਰਥਾਏ ਗੁਰੂ ਅਰਜਨ ਦੇਵ ਜੀ ਆਖਦੇ ਨੇ ਕਿ ਮੰਦਾ ਕਿਸ ਨੂੰ ਆਖੀ ਹੈ। ਫਿਰ ਮੰਦਾ ਕਿਸ ਨੂੰ ਆਖਿਆ ਜਾਏ, ਜਾਂ ਤਿਸ ਬਿਨ ਕੋਈ ਨਾ ਹੈ, ਜੇ ਉਸ ਪ੍ਰਭੂ ਤੋਂ ਬਿਨਾ ਕੋਈ ਦੂਸਰਾ ਹੈ ਹੀ ਨਹੀਂ। ਹੁਣ ਪਹਿਲੇ ਸ਼ਲੋਕ ਦੀ ਅਸੀਂ ਵਿਚਾਰ ਕਰਾਂਗੇ। ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਫਰੀਦਾ ਮਨ ਮੈਦਾਨ ਕਰ। ਜੇ ਚਾਹੁੰਦਾ ਹੈ ਕਿ ਇਸ ਹਿਰਦੇ ਰੂਪੀ ਘਰ ਦੇ ਅੰਦਰ, ਇਸ ਹਿਰਦੇ ਰੂਪੀ ਮਨ ਦੇ ਅੰਦਰ ਪ੍ਰਭੂ ਆ ਕੇ ਵਸ ਜਾਏ, ਤੇ ਫਿਰ ਟੋਏ ਟਿੱਬੇ ਲਾ ਦੇ। ਹੁਣ ਕਿਹੜੇ ਟੋਏ ਔਰ ਟਿੱਬੇ ਨੇ? ਸਾਧ ਸੰਗਤ, ਜੇ ਮਨੁੱਖ ਨੇ ਆਪਣੇ ਹਿਰਦੇ ਅੰਦਰ ਜਾਤ ਦਾ ਟਿੱਬਾ ਵਸਾਇਆ ਹੋਇਆ ਹੈ ਕਿ ਮੇਰੀ ਜਾਤ ਹੋਰਨਾਂ ਨਾਲੋਂ ਉੱਚੀ ਹੈ, ਇਹ ਟਿੱਬਾ ਹਿਰਦੇ ਵਿੱਚ ਹੈ। ਜੇ ਮਨੁੱਖ ਸੋਚੇ ਕਿ ਮੈਂ ਬਹੁਤ ਗਿਆਨਵਾਨ ਹਾਂ, ਮੇਰੇ ਕੋਲ ਵਿਦਿਆ ਦਾ ਗਿਆਨ ਹੈ, ਇਹ ਟਿੱਬਾ ਹਿਰਦੇ ਅੰਦਰ ਵਸਿਆ ਹੋਇਆ ਹੈ।
ਜੇ ਧਨ ਪਦਾਰਥਾਂ ਦਾ ਮਾਣ ਹੈ, ਧਨ ਪਦਾਰਥਾਂ ਦਾ ਹੰਕਾਰ ਹੈ, ਇਹ ਟਿੱਬਾ ਹੈ, ਤੇ ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਇਸ ਟਿੱਬੇ ਨੂੰ ਆਪਣੇ ਹਿਰਦੇ ਦੇ ਚੋਂ ਲਾਹ ਦੇ। ਤੇ ਉਸ ਟਿੱਬੇ ਨੂੰ ਹੀ ਲਾਣ ਲਈ ਕਬੀਰ ਸਾਹਿਬ ਜੀ ਨੇ ਪਾਵਨ ਬਾਣੀ ਅੰਦਰ ਰਹਿਮਤ ਕੀਤੀ। ਕਹਿੰਦੇ ਇਹ ਇਨਸਾਨ ਆਪਣੀ ਜਾਤ ਦਾ ਤੂੰ ਹੰਕਾਰ ਕਰਦਾ ਹੈ। ਬ੍ਰਾਹਮਣ ਦੇ ਪਰਥਾਏ ਕਬੀਰ ਸਾਹਿਬ ਆਖਦੇ ਨੇ ਕਿ ਜੋ ਬ੍ਰਾਹਮਣ ਨੇ ਕਿਹਾ ਸੀ ਕਿ ਮੇਰੀ ਜਾਤ ਹੋਰਾਂ ਦੇ ਨਾਲੋਂ ਉੱਚੀ ਹੈ, ਤੇ ਬ੍ਰਾਹਮਣ ਮਨੁ ਸਮਰਤੀ ਵਿੱਚ ਇਹ ਗੱਲ ਲਿਖਦਾ ਹੈ, ਕਹਿੰਦੇ ਕਿ ਬ੍ਰਹਮਾ ਜੀ ਦੇ ਮੁਖ ਦੇ ਵਿੱਚੋਂ ਬ੍ਰਹਮ ਦੀ ਜਾਂ ਬ੍ਰਾਹਮਣ ਦੀ ਉਤਪਤੀ ਹੋਈ। ਬ੍ਰਹਮਾ ਦੀ ਬਾਜੂਆਂ ਦੇ ਵਿੱਚੋਂ ਛਤਰੀ ਪੈਦਾ ਹੋਇਆ। ਵੈਸ਼ ਜਿਹੜਾ ਹੈ ਉਹ ਬ੍ਰਹਮਾ ਜੀ ਦੇ ਪੇਟ ਤੋਂ ਪੈਦਾ ਹੋਇਆ, ਔਰ ਪੈਰਾਂ ਦੇ ਨਖੂਨ ਤੋਂ ਸ਼ੂਦਰ ਪੈਦਾ ਹੋਇਆ। ਬ੍ਰਾਹਮਣ ਆਪਣੇ ਆਪ ਨੂੰ ਹੋਰਾਂ ਨਾਲੋਂ ਉੱਚਾ ਜਾਤ ਕਰਕੇ ਮੰਨਦਾ ਸੀ। ਤੇ ਕਬੀਰ ਸਾਹਿਬ ਨੇ ਫਿਰ ਬਾਣੀ ਅੰਦਰ ਕਿਹਾ ਕਿ ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ, ਤੋ ਆਨ ਬਾਟ ਕਾਹੇ ਨਹੀਂ ਆਇਆ। ਜੇ ਤੂੰ ਕਹਿੰਦਾ ਹੈ ਕਿ ਮੈਨੂੰ ਬ੍ਰਾਹਮਣ ਔਰ ਬ੍ਰਾਹਮਣੀ ਨੇ ਜਾਇਆ ਹੈ, ਜਨਮ ਦਿੱਤਾ ਹੈ, ਮੇਰੀ ਜਾਤ ਉੱਚੀ ਹੈ, ਤੇ ਕਹਿੰਦੇ ਆਨ ਬਾਟ ਕਾਹੇ ਨਹੀਂ ਆਇਆ। ਜਿਸ ਢੰਗ ਦੇ ਨਾਲ ਹੋਰ ਸਾਰੇ ਜੀ ਪੈਦਾ ਹੋਏ ਨੇ, ਉਸੇ ਢੰਗ ਨਾਲ ਤੂੰ ਆਇਆ ਹੈ। ਤੇਰਾ ਜਨਮ ਲੈਣ ਦਾ ਜੋ ਢੰਗ ਹੈ, ਤਰੀਕਾ ਹੈ, ਉਹ ਵੱਖਰਾ ਕਿਉਂ ਨਹੀਂ? ਹਮ ਕਤ ਲੋਹੂ ਤੁਮ ਕਤ ਦੂਧ। ਸਾਡੇ ਅੰਦਰ ਜੇ ਲਹੂ ਹੈ, ਤੇਰੇ ਅੰਦਰ ਕਿਹੜਾ ਦੁੱਧ ਹੈ? ਤੇਰੇ ਅੰਦਰ ਵੀ ਉਹੀ ਲਹੂ ਹੈ। ਤੂੰ ਆਪਣੇ ਹੱਥ ਨੂੰ ਕਿਸੇ ਸਰੀਰ ਨੂੰ ਕੱਟ ਕੇ ਦੇਖ, ਤੇਰੇ ਅੰਦਰੋਂ ਵੀ ਉਹ ਬਲੱਡ ਨਿਕਲੇਗਾ ਜੋ ਮੇਰੇ ਅੰਦਰ ਹੈ। ਹਮ ਕਤ ਲੋਹੂ ਤੁਮ ਕਤ ਦੂਧ। ਤੇ ਕਬੀਰ ਸਾਹਿਬ ਗੱਲ ਮੁਕਾਉਂਦੇ ਨੇ ਕਿ ਕਹਿਤ ਕਬੀਰ ਜੋ ਬ੍ਰਹਮ ਵਿਚਾਰੈ, ਸੋ ਬ੍ਰਾਹਮਣ ਕਹੀਤ ਹੈ ਹਮਾਰੇ। ਜੋ ਬ੍ਰਹਮ ਦੀ ਗੱਲ ਕਰਦਾ ਹੈ, ਜੋ ਪਰਮੇਸ਼ਰ ਦੀਆਂ ਗੱਲਾਂ ਕਰਦਾ ਹੈ, ਕਬੀਰ ਸਾਹਿਬ ਆਖਦੇ ਨੇ ਕਿ ਸਾਡੇ ਵਿੱਚ ਤੇ ਬ੍ਰਹਮ ਉਸ ਨੂੰ ਕਿਹਾ ਜਾਂਦਾ ਹੈ, ਬ੍ਰਾਹਮਣ ਉਸ ਨੂੰ ਕਿਹਾ ਜਾਂਦਾ ਹੈ। ਸਤਿਗੁਰ ਆਖਦੇ ਨੇ ਜੇ ਹਿਰਦੇ ਅੰਦਰ ਜਾਤ ਦਾ ਟਿੱਬਾ ਟਿਕਿਆ ਹੋਇਆ ਤੇ ਉਸ ਟਿੱਬੇ ਨੂੰ ਲਾ ਦੇ। ਜੇ ਵਿਦਿਆ ਦਾ ਗਿਆਨ ਦਾ ਟਿੱਬਾ ਟਿਕਿਆ ਹੋਇਆ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜਦੋਂ ਕਸ਼ਮੀਰ ਦੀ ਧਰਤੀ ਪਰ ਗਏ, ਬ੍ਰਹਮਦਾਸ ਵੀ ਕਹਿਣ ਲੱਗਾ ਕਿ ਮੈਂ ਬੜੇ ਧਾਰਮਿਕ ਗ੍ਰੰਥ ਪੜ੍ਹੇ ਨੇ, ਮੈਂ ਹੋਰਾਂ ਤੋਂ ਉੱਚਾ ਹਾਂ। ਵਿਦਵਤਾ ਦਾ ਗਿਆਨ ਉਸ ਨੂੰ ਹੰਕਾਰ ਪੈਦਾ ਹੋ ਗਿਆ। ਤੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜੋ ਆਸਾ ਕੀ ਵਾਰ ਦੇ ਅੰਦਰ ਆਪ ਜੀ ਬਚਨ ਪੜ੍ਹਦੇ ਸੁਣਦੇ ਹੋ, ਗੁਰਦੇਵ ਨੇ ਉੱਥੇ ਉਚਾਰਨ ਕੀਤੇ ਸਨ ਕਿ ਪੜ ਪੜ ਗੱਡੀ ਲੱਦੀ ਐ, ਪੜ ਪੜ ਭਰੀਐ ਸਾਗ, ਪੜ ਪੜ ਬੇੜੀ ਪਾਈਐ, ਪੜ ਪੜ ਗੜੀਐ ਖਾਲ, ਪੜੀਐ ਜੇਤੇ ਬਰਸ ਬਰਸ, ਪੜੀਐ ਜੇਤੇ ਮਾਸ, ਪੜੀਐ ਜੇਤੀ ਆਰਜਾ, ਪੜੀਐ ਜੇਤੇ ਸਾਸ। ਨਾਨਕ ਲਿਖੇ ਇੱਕ ਗਾਲ, ਹੋਰ ਹੋਮੈ ਝਖਣਾ ਚਾਖ। ਗੁਰਦੇਵ ਆਖਦੇ ਨੇ ਕਿ ਗਿਆਨ ਦਾ, ਵਿਦਵਤਾ ਦਾ ਜੇ ਤੈਨੂੰ ਹੰਕਾਰ ਪੈਦਾ ਹੋ ਗਿਆ ਤੇ ਇਹਨਾਂ ਟਿੱਬਿਆਂ ਨੂੰ ਲਾ ਦੇ। ਅੱਜ ਬਾਬਾ ਫਰੀਦ ਸਾਹਿਬ ਨੇ ਇਹ ਰਹਿਮਤ ਕੀਤੀ, ਆਖਣਗੇ ਫਰੀਦਾ ਮਨ ਮੈਦਾਨ ਕਰ, ਆਪਣੇ ਮਨ ਨੂੰ ਪੱਧਰਾ ਕਰ। ਤੇ ਭਾਵੇਂ ਉਹ ਜਾਤ ਦਾ ਟਿੱਬਾ ਹੈ, ਭਾਵੇਂ ਹੰਕਾਰ ਦਾ ਟਿੱਬਾ ਹੈ, ਭਾਵੇਂ ਗਿਆਨ ਦਾ ਟਿੱਬਾ ਹੈ, ਭਾਵੇਂ ਧਨ ਪਦਾਰਥਾਂ ਦਾ ਟਿੱਬਾ ਹੈ, ਇਹਨਾਂ ਨੂੰ ਲਾ ਦੇ। ਟੋਏ ਟਿੱਬੇ ਲਾਹ ਤੇ ਅੱਗੇ ਮੂਲ ਨਾ ਆਵਸੀ, ਦੋ ਜਗ ਸੰਧੀ ਭਾਏ। ਫਿਰ ਅੱਗੇ ਦੋ ਜਗ ਦੀ ਅੱਗ ਦੇ ਵਿੱਚ ਤੈਨੂੰ ਨਹੀਂ ਸੜਨਾ ਪਏਗਾ। ਪਾਓ ਕਿ ਕਲਪਨਾ ਦੀ ਅੱਗ ਦੇ ਅੰਦਰ, ਸਾੜੇ ਦੀ ਅੱਗ ਦੇ ਅੰਦਰ, ਕਲ ਕਲੇਸ਼ ਦੀ ਅੱਗ ਅੰਦਰ ਤੈਨੂੰ ਸੜਨਾ ਨਹੀਂ ਪਏਗਾ। ਤੂੰ ਕਹੇਗਾ ਕਿ ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਹੁਣ ਗੁਰਦੇਵ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਬਚਨ ਆਉਂਦੇ ਨੇ। ਗੁਰਦੇਵ ਆਖਦੇ ਨੇ ਕਿ ਜਬ ਧਾਰੈ ਕੋ ਬੈਰੀ ਮੀਤ, ਤਬ ਲਕ ਨਿਹਚਲ ਨਾਹੀ ਚੀਤ। ਜਦੋਂ ਮਨੁੱਖ ਆਪਣੇ ਮਨ ਦੇ ਅੰਦਰ ਇਹ ਧਾਰ ਲੈਂਦਾ ਹੈ, ਕਿਸੇ ਨੂੰ ਮਿੱਤਰ ਕਿਸੇ ਨੂੰ ਵੈਰੀ ਸਮਝ ਲੈਂਦਾ ਹੈ, ਸਤਿਗੁਰ ਮਹਾਰਾਜ ਆਖਦੇ ਨੇ ਕਿ ਉਹਦਾ ਚਿੱਤ ਨਿਹਚਲ ਨਹੀਂ ਹੋ ਸਕਦਾ, ਅੰਦਰ ਕਲਪਨਾ ਦੇ ਵਿੱਚ ਹੀ ਸੜਦਾ ਰਹਿੰਦਾ ਹੈ। ਤੇ ਦੁਸ਼ਮਣ ਭਾਵੇਂ ਜਿਸ ਨੂੰ ਵੈਰੀ ਸਮਝ ਕੇ ਬੈਠਾ ਹੈ, ਸਰੀਰ ਕਰਕੇ ਉਹ ਨਾ ਵੀ ਹੋਏ ਉੱਥੇ ਮੌਜੂਦ, ਉਹਦੀ ਗੱਲ ਵੀ ਚਲੇ ਨਾ ਤੇ ਮਨ ਕਲੋ ਪੈਂਦਾ ਹੈ। ਭਾਵੇਂ ਉਹ ਹਿੰਦੁਸਤਾਨ ਹੀ ਕੀ ਕਿਸੇ ਦੂਸਰੇ ਦੇਸ਼ ਦੇ ਵਿੱਚ ਵੀ ਹੋਏ, ਉਹਦੀ ਗੱਲ ਚੱਲਣ ਦੀ ਦੇਰ ਹੈ। ਜਿਸ ਨੂੰ ਮਨੁੱਖ ਆਪਣਾ ਦੁਸ਼ਮਣ, ਆਪਣਾ ਵੈਰੀ ਸਮਝ ਕੇ ਬੈਠਾ ਹੈ,
ਉਹਦੀ ਗੱਲ ਚੱਲਦੀ ਹੈ, ਕਹਿੰਦੇ ਛੋੜੋ ਪਰੇ ਇਸ ਦੀ ਗੱਲ, ਉਹ ਤੇ ਬੰਦਾ ਇਸ ਲਾਇਕ ਹੈ ਹੀ ਨਹੀਂ, ਕਿਉਂਕਿ ਅੰਦਰ ਉਹਨੇ ਵੈਰੀ ਔਰ ਮਿੱਤਰ ਕਰਕੇ ਮੰਨਿਆ ਹੋਇਆ, ਕਿਸੇ ਨੂੰ ਮਿੱਤਰ ਕਿਸੇ ਨੂੰ ਵੈਰੀ ਕਰਕੇ ਜਾਣਦਾ ਹੈ। ਤੇ ਗੁਰਦੇਵ ਆਖਦੇ ਨੇ ਕਿ ਸਰੀਰ ਕਰਕੇ ਨਾ ਹੋਏ, ਉਹਦੀ ਸੋਏ ਸੁਣ ਕੇ ਵੀ ਮਨੁੱਖ ਕਲ ਪੈਂਦਾ ਹੈ। ਦੇਖੋ ਸਟੇਜ ਦੇ ਉੱਪਰ ਬੈਠ ਕੇ ਕਹਿ ਦੇਣਾ ਗੱਲ ਵੱਖਰੀ ਹੈ, ਪਰ ਗੁਰੂ ਰਹਿਮਤ ਕਰੇ ਉਹ ਜੀਵਨ ਬਣ ਜਾਏ। ਜ਼ਰੂਰੀ ਨਹੀਂ ਕਿ ਮੈਂ ਸਟੇਜ ਦੇ ਉੱਪਰ ਬੈਠ ਕੇ ਕਹਿ ਰਿਹਾ ਤੇ ਮੇਰਾ ਉਹ ਜੀਵਨ ਹੋਏ। ਮਾਲਕ ਉਹ ਰਹਿਮਤ ਕਰਕੇ ਉਹ ਜੀਵਨ ਬਖਸ਼ਿਸ਼ ਕਰਦੇ, ਜੋ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਕਿ ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾ, ਆਪਣੇ ਹਿਰਦੇ ਅੰਦਰੋਂ ਉਹ ਸਾਰੇ ਟੋਏ ਟਿੱਬੇ ਲਾਹ ਦੇ। ਭਾਵੇਂ ਧਨ ਪਦਾਰਥਾਂ ਦਾ ਹੈ, ਭਾਵੇਂ ਈਰਖਾ ਦਾ ਟਿੱਬਾ ਹੈ, ਤੇ ਭਾਵੇਂ ਵਿਦਵਤਾ ਦਾ ਟਿੱਬਾ ਹੈ, ਤੇ ਭਾਵੇਂ ਉੱਚੀ ਜਾਤ ਦਾ ਤੇਰੇ ਹਿਰਦੇ ਅੰਦਰ ਟਿੱਬਾ ਬਣਿਆ ਹੋਇਆ, ਇਸ ਨੂੰ ਲਾਹ ਦੇ। ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਉਹ ਕਹਿੰਦੇ ਨੇ ਕਿ ਦੇਖੋ ਇਸ ਧਰਤੀ ਦੇ ਉੱਪਰ ਜੋ ਗਾਈਆਂ ਨੇ, ਅਸੀਂ ਗਾਂ ਸ਼ਬਦ ਵਰਤਦੇ ਹਾਂ, ਭਾਵੇਂ ਉਹ ਲਾਲ ਰੰਗ ਦੀ ਹੋਏ, ਭਾਵੇਂ ਕਾਲੇ ਰੰਗ ਦੀ ਹੋਏ, ਤੇ ਕਈ ਗਾਵਾਂ ਜਿਹੜੀਆਂ ਹੁੰਦੀਆਂ ਨੇ ਕਈ ਕਲਰ ਦੀਆਂ ਹੁੰਦੀਆਂ ਨੇ, ਰੰਗ ਭਾਵੇਂ ਉਹਨਾਂ ਦਾ ਵੱਖਰਾ ਵੱਖਰਾ ਹੈ, ਪਰ ਜਦੋਂ ਦੁੱਧ ਚੋਇਆ ਜਾਂਦਾ ਹੈ, ਦੁੱਧ ਕੱਢਿਆ ਜਾਂਦਾ ਹੈ, ਤੇ ਸਾਰਿਆਂ ਦਾ ਦੁੱਧ ਦਾ ਰੰਗ ਜਿਹੜਾ ਉਹ ਸਫੇਦ ਹੈ, ਸਵੇਤ ਰੰਗ ਦਾ ਹੀ ਹੈ ਸਾਰਿਆਂ ਦਾ ਦੁੱਧ। ਭਾਈ ਸਾਹਿਬ ਗੁਰਦਾਸ ਜੀ ਕਹਿੰਦੇ ਨੇ ਕਿ ਧਰਮ ਦੀ ਦੁਨੀਆ ਅੰਦਰ ਭਾਵੇਂ ਵੱਖਰੇ ਵੱਖਰੇ ਧਰਮ ਨੇ, ਵੱਖਰੇ ਵੱਖਰੇ ਮਜ਼ਹਬ ਨੇ, ਤੇ ਸਾਰੇ ਧਰਮਾਂ ਦੇ ਗ੍ਰੰਥ ਵੀ ਵੱਖਰੇ ਵੱਖਰੇ ਨੇ। ਭਾਵੇਂ ਧਰਮ ਵੱਖਰੇ, ਭਾਵੇਂ ਮਜ਼ਹਬ ਵੱਖਰੇ, ਭਾਵੇਂ ਗ੍ਰੰਥ ਵੱਖਰੇ, ਪਰ ਸਾਰਿਆਂ ਗ੍ਰੰਥਾਂ ਅੰਦਰ ਇੱਕ ਨਿਰੰਕਾਰ ਦੀ ਹੀ ਗੱਲ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰਿਆਂ ਦੇ ਨਾਲ ਇਨਸਾਫ ਕੀਤਾ ਮੇਰੇ ਮਾਲਕ ਨੇ, ਤੇ ਇਹ ਬਚਨ ਕਹੇ ਕਿ ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੈ। ਕਿ ਨਾ ਹੀ ਵੇਦ ਤੋਂ ਭਾਵ ਹੈ ਹਿੰਦੂ ਧਰਮ ਦੇ ਗ੍ਰੰਥ, ਕਤੇਬ ਤੋਂ ਭਾਵ ਹੈ ਇਸਲਾਮ ਧਰਮ ਦੇ ਗ੍ਰੰਥ, ਕਿ ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੈ। ਜੋ ਉਹਨਾਂ ਗ੍ਰੰਥਾਂ ਨੂੰ, ਉਹਨਾਂ ਦੇ ਉਪਦੇਸ਼ ਨੂੰ, ਸਿੱਖਿਆ ਨੂੰ ਵਿਚਾਰਦਾ ਨਹੀਂ, ਝੂਠਾ ਤੇ ਉਹ ਹੈ। ਧਰਮ ਗ੍ਰੰਥ ਵੱਖਰੇ ਵੱਖਰੇ ਕਿਸੇ ਦੇ ਧਰਮ ਦੇ ਹੋ ਸਕਦੇ ਨੇ, ਪਰ ਭਾਵੇਂ ਹਿੰਦੂ ਧਰਮ ਦਾ ਗ੍ਰੰਥ ਹੈ, ਭਾਵੇਂ ਇਸਲਾਮ ਧਰਮ ਦਾ ਗ੍ਰੰਥ ਹੈ, ਜਾਂ ਦੁਨੀਆ ਅੰਦਰ ਜਿਤਨੇ ਵੀ ਧਰਮ ਨੇ, ਉਹਨਾਂ ਦੇ ਜਿਤਨੇ ਵੀ ਗ੍ਰੰਥ ਨੇ, ਸਾਰਿਆਂ ਅੰਦਰ ਇੱਕ ਰੱਬ ਦੀ ਹੀ ਗੱਲ ਹੈ, ਇੱਕ ਪਰਮਾਤਮਾ ਦੀ ਹੀ ਗੱਲ ਹੈ। ਪਰ ਜੇ ਮਨੁੱਖ ਸਤਸੰਗਤ ਰੂਪੀ ਸਰੋਵਰ ਦੇ ਵਿੱਚ ਵੀ ਆ ਕੇ ਹਿਰਦੇ ਅੰਦਰ ਟਿੱਬਾ ਬਣਾ ਕੇ ਰੱਖੇਗਾ ਨਾ, ਤੇ ਸਾਧ ਸੰਗਤ ਭਾਵੇਂ ਕਥਾ ਦਾ, ਭਾਵੇਂ ਕੀਰਤਨ ਦਾ, ਭਾਵੇਂ ਬਾਣੀ ਦਾ ਮੀਂਹ ਪੈ ਰਿਹਾ ਹੈ, ਸੁੱਕੇ ਦਾ ਸੁੱਕਾ ਹੀ ਰਹਿ ਜਾਏਗਾ। ਅਰਸ਼ਾਂ ਤੋਂ ਮੀਂਹ ਪਿਆ, ਬੜੀ ਬਾਰਿਸ਼ ਹੋਈ, ਸਾਰੀ ਧਰਤੀ ਜਲ ਥਲ ਹੋ ਗਈ, ਸਾਰੀ ਜਗ੍ਹਾ ਪਾਣੀ ਪਿਆ। ਕਿਸੇ ਨੇ ਪਹਾੜ ਨੂੰ ਸਵਾਲ ਕੀਤਾ, ਆਖਣ ਲੱਗੇ ਸਾਰੀ ਧਰਤੀ ਮੀਂਹ ਦੇ ਪਾਣੀ ਦੇ ਨਾਲ ਜਲ ਥਲ ਹੋ ਗਈ, ਪਾਣੀ ਦੇ ਨਾਲ ਭਰ ਗਈ, ਪਰ ਇਹ ਪਹਾੜ ਤੇਰੇ ਪਰ ਪਾਣੀ ਦੀ ਇੱਕ ਬੂੰਦ ਨਹੀਂ, ਕਾਰਨ ਕੀ ਹੈ? ਪਹਾੜ ਨੇ ਹਕੀਕਤ ਬਿਆਨ ਕੀਤੀ, ਕਹਿਣ ਲੱਗਾ ਮੈਂ ਧਰਤੀ ਤੋਂ ਉੱਚਾ ਹੋ ਕੇ ਹੰਕਾਰ ਦੇ ਜਜ਼ੀਰਿਆਂ, ਮੈਂ ਉੱਚਾ ਹੋਣ ਦਾ ਟਿੱਬਾ ਮੇਰੇ ਹਿਰਦੇ ਅੰਦਰ ਹੰਕਾਰ ਹੈ, ਇਸ ਲਈ ਭਾਵੇਂ ਸਾਰੀ ਧਰਤੀ ਜਲ ਥਲ ਹੈ, ਪਰ ਮੈਂ ਪਾਣੀ ਤੋਂ ਸਖਣਾ ਹਾਂ। ਇਸੇ ਤਰ੍ਹਾਂ ਸਤਸੰਗਤ ਰੂਪੀ ਸਰੋਵਰ ਦੇ ਵਿੱਚ ਆ ਕੇ ਜੇ ਹਿਰਦੇ ਅੰਦਰ ਧਨ ਪਦਾਰਥਾਂ ਦਾ, ਹਉਮੈ ਦਾ, ਤੇ ਇੱਥੋਂ ਤੱਕ ਕਿ ਜਾਤ ਦਾ ਜੋ ਟਿੱਬਾ ਹੈ, ਤੇ ਭਾਵੇਂ ਬਾਣੀ ਦਾ ਜਿਤਨਾ ਮਰਜ਼ੀ ਮੀਂਹ ਪਈ ਜਾਏ, ਕਥਾ ਹੋਈ ਜਾਏ, ਕੀਰਤਨ ਹੋਈ ਜਾਏ, ਬਾਣੀ ਪੜੀ ਜਾਏ, ਮਨੁੱਖ ਸੁੱਕੇ ਦਾ ਸੁੱਕਾ ਹੀ ਰਹੇਗਾ। ਸਤਿਗੁਰ ਮਹਾਰਾਜ ਨੇ ਰਹਿਮਤ ਕੀਤੀ, ਆਖਣ ਕੇ ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲਿਆ ਰੇ, ਕਿ ਸਾਰਿਆਂ ਘਟਾਂ ਅੰਦਰ, ਸਾਰੇ ਸ਼ਰੀਰਾਂ ਅੰਦਰ ਰਾਮ ਹੀ ਬੋਲ ਰਿਹਾ ਹੈ, परमात्मा ही बोल रहा है। राम बिना को बोला रे, राम तो बिना कोई नहीं है, सारे अंदर गोबिंद ही है, कि सब गोबिंद है, सब गोबिंद है, गोबिंद बिन नहीं कोई, गोबिंद तो बिना कोई दूसरा नहीं।
ਜਿਵੇਂ ਇੱਕ ਧਾਗੇ ਦੇ ਅੰਦਰ ਮੋਤੀ ਪਰੋਏ ਹੁੰਦੇ ਹਨ, ਇਸੇ ਤਰ੍ਹਾਂ ਮਾਲਕ ਦੇ ਹੁਕਮ ਰੂਪੀ ਨੇਮ ਦੇ ਅੰਦਰ ਸਾਰੇ ਸ੍ਰਿਸ਼ਟੀ ਦੇ ਮੋਤੀ ਪਰੋਏ ਹੋਏ ਨੇ। ਉਹਨਾਂ ਮੋਤੀਆਂ ਦੇ ਵਿੱਚੋਂ ਕੋਈ ਹਿੰਦੂ ਹੋ ਸਕਦਾ ਹੈ, ਕੋਈ ਮੁਸਲਮਾਨ ਹੋ ਸਕਦਾ ਹੈ, ਕੋਈ ਜੈਨੀ ਹੋ ਸਕਦਾ ਹੈ, ਕੋਈ ਬੋਧੀ ਹੋ ਸਕਦਾ ਹੈ, ਕੋਈ ਸਿੱਖ ਹੋ ਸਕਦਾ ਹੈ, ਪਰ ਹੈ ਉਸ ਮਾਲਕ ਦੇ ਹੁਕਮ ਰੂਪੀ ਨੇਮ ਦੇ ਵਿੱਚ ਧਾਗੇ ਦੇ ਵਿੱਚ ਪਰੋਏ ਹੋਏ ਨੇ। ਫਿਰ ਕਿਸ ਨੂੰ ਮਾੜਾ ਕਿਹਾ ਜਾਏ, ਕਿਹੜੇ ਮੋਤੀ ਨੂੰ ਚੰਗਾ ਕਿਹਾ ਜਾਏ, ਉਹ ਤੇ ਸਾਰੇ ਰੱਬ ਦੇ ਪੈਦਾ ਕੀਤੇ ਨੇ। ਆਏ ਬਾਬਾ ਫਰੀਦ ਸਾਹਿਬ ਇਹ ਕਹਿੰਦੇ ਨੇ, ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾਹੇ। ਹਿੰਦੁਸਤਾਨ ਦੀ ਧਰਤੀ ਉੱਪਰ ਜਦੋਂ ਅਬਦਾਲੀ ਆਇਆ, ਅਬਦਾਲੀ ਨੇ ਹਿੰਦੁਸਤਾਨ ਨੂੰ ਮਨ ਮਰਜ਼ੀ ਦੇ ਨਾਲ ਲੁੱਟਿਆ, ਪਰ ਜਦੋਂ ਅਬਦਾਲੀ ਹਿੰਦੁਸਤਾਨ ਤੋਂ ਪਰਤਦਾ ਸੀ ਨਾ, ਰਸਤੇ ਅੰਦਰ ਸਿੱਖਾਂ ਨੇ ਉਹਦੇ ਧਨ ਪਦਾਰਥ ਨੂੰ ਲੁੱਟ ਲੈਣਾ, ਖੋਹ ਲੈਣਾ ਵਾਪਸ। ਹਿੰਦੁਸਤਾਨ ਦੀ ਸੰਸਕ੍ਰਿਤੀ ਇੱਥੋਂ ਦੇ ਧਨ ਪਦਾਰਥਾਂ ਨੂੰ ਜੇ ਬਚਾਇਆ ਤੇ ਸਿੱਖਾਂ ਨੇ ਬਚਾਇਆ, ਇੱਥੋਂ ਤੱਕ ਜਿਹੜੀਆਂ ਬੱਚੀਆਂ ਨੂੰ ਉਹ ਨਾਲ ਲੁੱਟ ਕੇ ਲੈ ਕੇ ਜਾਂਦੇ ਸਨ, ਉਹਨਾਂ ਬੱਚੀਆਂ ਨੂੰ ਵਾਪਸ ਲੈ ਕੇ ਆਣਾ ਤੇ ਘਰੋਂ ਘਰੀ ਜਾ ਕੇ ਬੱਚੀਆਂ ਨੂੰ ਉਹਨਾਂ ਦੇ ਘਰਾਂ ਦੇ ਵਾਪਸ ਪਹੁੰਚਾਉਣਾ ਵੀ। ਅਬਦਾਲੀ ਬੜਾ ਤੰਗ ਹੋਇਆ। ਉਹ ਜ਼ਕਰੀਆ ਖਾਨ को ਪੁੱਛਦਾ ਹੈ ਕਿ ਕੌਣ ਨੇ? मैं अपनी इतनी वड्डी फौज लैके आया हाँ, हिंदुस्तान के धन पदार्थ लुटदा हाँ, इत्थों दीयां बच्चियां नूं मैं लैके जांदा हाँ, इस्त्रियां नूं लैके जांदा हाँ। रस्ते च परतदियां होइयां कोई आंदे ने, हमला बोलदे ने, उन्हां बच्चियां नूं भी इस्त्रियां नूं भी लै जांदे ने, धन पदार्थ साडा खोया होया वो भी लै जांदे ने। ਜ਼ਕਰੀਆ ਖਾਨ ने कहन लगा, बादशाह ये सिख ने। गजनी के बाजार के अंदर एक एक टके दे विच हिंदुस्तान दी लड़कियां नूं बेचिया जांदा सी, पर सिख उन्हां बच्चियां दी हिफाजत करदे सन ते घरों घरी जाके पहुंचाया करदे सन। अब्दाली कहन लगा, कौन ने? कहन लगा, ये सिख ने, इन्हां दा जीवन बड़ा उच्चा है, ये घोड़ियां दीयां काठियां उपर रहिंदे ने, जंगलां विच वसेरा करदे ने, ये छोले खा के कहते हैं कि असीं बदाम खा रहे हैं। तो जदों कदे ये लंगर तैयार करते हैं ना, तो बड़ा उच्चा होका दे के नगारा वजा के ऐलान करते हैं कि जे भी कोई भुखा है तो आके लंगर छक ले। अब्दाली कहने लगा, जी आवाज़ सुन के कोई दुश्मन आ जाए, कहने कि दुश्मन नूं भी छकाते हैं, जिन्हां दे नाल सारा दिन लड़ाई करते हैं, लंगर वेले उन्होंने लंगर प्रसाद छकाते हैं। कहने अब्दाली ने अगला सवाल किया, जे ये लंगर छका के इन्हां वास्ते ना बचे, कहते कि ना बचे तो रब का शुकराना करके लंगर मस्त बते हैं। कहते कि लंगर मस्त हो गया तो भी रब का शुकराना करते हैं। ये सिखां दा जीवन से उन्होंने सम दृष्टि की गल की उन्होंने। ते साईं मियाँ मीर ने एक बार पूछा सी गुरु अर्जन देव पातशाह नूं कि गुरुदेव तुसीं ब्रह्म ज्ञानी की गल करते हो कि जो बसदा को खोद है, कोई चंदन लेप धरती नूं भावें कोई खोदे, भावें चंदन का लेप करे, उसकी सम दृष्टि है। ते धन गुरु अर्जन देव महाराज कहणगे, साईं जी समा आएगा तुहानूं दसांगे। लाहौर तत्ती तवी दे उपर बैठे हुए साईं मियाँ मीर आए पे कहणगे, साईं जी किसी वेले सवाल किया सी, आज सुखमनी साहब की बाणी की व्याख्या हो रही है, तुसी किया सी ना कि जो बसदा को खोद है, कोई चंदन लेप कोई है ऐसा? तत्ती तवी दे उपर ही बैठ के उस मालिक दे गुण गाण वाला कोई होर नहीं, वो धन गुरु अर्जन देव पातशाह ने जो पूरने पाके गए ने। आज बाबा फरीद साहब ने रहमत की, पहले श्लोक अंदर फरीदा मन मैदान कर टोए टिब्बे ला, अपने हिरदे अंदरों टोए टिब्बियां नूं लाह दे, अगे मूल ना आवसी। दो जग संधि पाए, फिर दो जग दी अग जड़ी है वो तेरे जीवन दे च नहीं आएगी, भाव के कल कलेश तेरे जीवन अंदर नहीं बनेगा। सारियां अंदर रब नूं ही, उस मालिक दी सृष्टि दे विचों रब नूं तू देखेगा। अगले श्लोक अंदर गुरु अर्जन देव पातशाह ने रहमत की, आखिरी फरीदा खालक खलक में
खलकत ਨੂੰ ਬਣਾਉਣ ਵਾਲਾ, ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਉਹ ਨਿਰੰਕਾਰ ਪਰਮਾਤਮਾ ਹੈ ਤੇ ਖਲਕ ਵਸੈ ਰਵ ਮਾਹਿ, ਉਹਦੀ ਖਲਕਤ ਵੀ ਉਸ ਵਿੱਚ ਵਸਦੀ ਹੈ। ਸਾਰਿਆਂ ਅੰਦਰ ਮਾਲਕ ਦੀ ਹੀ ਜੋਤ ਹੈ ਕਿ ਸਭ ਮੈਂ ਜੋਤ ਜੋਤ ਹੈ सोए, तिस है चन्न सब में चानण होए। सरदार मोहन सिंह जी ने बड़ी प्यारी गल लिखी सी। वो लिखते हैं कि रब एक गुजलदार बुझारत, रब एक गोरख धंधा, खोलन लगिया भेत इसदे काफर हो जाए बंदा। कि रब बड़ी गुजलदार बुझारत है, रब एक गोरख धंधा है, खोलन लगिया भेत इससे काफर हो जाए बंदा। किसी गुरमुख मनुख ने जवाब दिता सी, ना रब गोरख, ना रब गुजरदार बुझारत, ना रब गोरख धंधा, कुदरत दे विच कादर वसता, कदर ना जाने बंदा। ये सारी कुदरत दे विच, खलकत दे विच रब वसदा है, मनुख नूं ही कदर नहीं है। मनुख ने इस रब नूं जानिया ही नहीं कि पाती तोरै मारनी, पाती पाती जियो, पत्ते पत्ते अंदर, सृष्टि के कणके कणके अंदर रब वसदा है। जदों मनुख ने समझ आ गई तो पत्ते की वो मनुखता के नाल भी घाण नहीं करेगा, वो धर्म के नाम के उपर दूसरे नूं बुरा भला नहीं कहेगा। जे मैनू अपना धर्म प्यारा है, इसी तरह उसनूं भी अपना धर्म प्यारा है, वो दूसरे धर्म का भी सत्कार करेगा। सतगुरु महाराज रहमत करते ने, गुरु अर्जन देव के बचन ने कि जै जै पेखों तै हजूर, दूर कतों ना जाई, रव रहा सरबत्र में मन सदा धियाई। वो मालिक ते कणके कणके अंदर वसिया। कबीर साहब जी का बड़ा प्यारा वचन है, कहते ने अवल अल्लाह नूर उपाया, कुदरत के सब बंदे। ये सारे बंदे उस मालिक दे पैदा किए ने। दुनिया दे विच आके कोई हिंदू होएगा, कोई मुसलमान होएगा, जैनी बोधी सिख होएगा, पर है परमात्मा दे ही पैदा किए हुए रब वर्गे ने। अवल अल्लाह नूर उपाया, कुदरत के सब बंदे, एक नूर ते सब जग उपजे आ। एक नूर तो ही, एक प्रकाश तो ही, एक जोत तो ही सारी सृष्टि पैदा हुई। कौन भले को मंदे, किहड़े भले ने, किहड़े चंगे ने और किहड़े माड़े ने। आज गुरु अर्जन देव पातशाह ने दूसरे श्लोक अंदर रहमत की कि खालक खलक में खलक वसै रब माहे, मंदा किसनू आखी है। फिर मंदा किसनू कहा जाए, जा तिस बिन कोई ना है, जे उस तो बिना कोई दूसरा है ही नहीं। माटी एक अनेक भात का, साजी साजन हारे, ना कछ पोच माटी के भांडे, ना कछ पोच कुम्हारे। जिवें कुम्हार एक मिट्टी लैके आया, मिट्टी नूं कुटिया, गारा बनाया, उहदे भांडे बनाए, भांडे आवे दे उपर चढ़ा के पक के उसने फिर वखरा वखरा कलर किया उन्हां दे उपर। हुण इंज कह लवा कलर करके उन्हां दे धर्म मज वखरे वखरे हो सकते ने, पर मालिक जो कुम्हार है उसे दे बनाए हुए असी तुसी सारे भांडे ही आ। माटी एक अनेक भांत कर साजी साचन हारे, ना कछ पोच माटी के भांडे, ना कछ पोच कुम्हारे। सब में सच्चा एको सोई, तिसका किया सब कछ होई। हुक्म पछाणे सो एको जाने, बंदा कही है सोई। या रब दे हुक्म नूं पछाण ले। कोई बोले राम राम मुबारक है, कोई राम राम कह के खुदा नूं याद करदा है, रब नूं याद करदा है, अपने इष्ट का ध्यान कर रहे हैं। कोई बोले राम राम, कोई खुदाए, कोई सेवे गुसैया, कोई अल्लाह, कोई ओडे नील, कोई सुपेद, कोई कह तुर्क, कोई कह हिंदू, कोई बांछे पेस्त, कोई सरगंदो। को नानक जिन हुक्म पछाता, प्रभ साहिब का तिन भेद जाता। उस मालिक दे सारे ये पैदा किए हुए जी ने। भाई कन्हैया जी कलगीधर पातशाह महाराज दे कोल सिखां ने शिकायत की, दाता असी जंग दे मैदान दे विच रात दिन जंग करते हाँ,
पर जे कोई अपना ही दुश्मनों की सहायता कर लग जाए फिर जंग नहीं जीती जा सकती। गुरुदेव कहणगे कौन है वो? आखणगे सतगुरु पातशाह वो तुहाडा सिख ही है, भाई कन्हैया है। महाराज कहणगे बुला के ले आओ। भाई कन्हैया जी सतगुरु दरबार विच हाजिर होए, महाराज के चरणों के नमस्कार की, मत्था टेकिया। गुरुदेव कहणगे कलगीधर पातशाह भाई कन्हैया तेरी शिकायत आई है, तू दुश्मनों की भी सेवा करता है, जालमां की भी सेवा करता है, बेगानियां की भी सेवा करता है। तू हाथ जुड़ गए। कहने लगा दाता मैनू सारियां विच तू ही नजर आता है, मैनू नहीं पता लगता किहड़ा अपना है किहड़ा बेगाना है, किहड़ा दुश्मन है किहड़ा मेरा अपना है। मैनू तो सारियां विच तू ही नजर आता है। ते धन गुर कलगीधर कहन लगे अज तक पानी की सेवा करता रहे ना, ऐ मैं मरम पट्टी ते अज तो बाद मरम पट्टी भी नाल नाल जिथे लोड़ होए वरती जाए, ये भी सेवा करी। क्योंकि वो नेत्र बन गए कि खालक खलक में खलक वसै रब माहे, मंदा किसनू आखी है या तिस बिन कोई ना है। उस मालिक तो बिना जे दूसरा कोई है ही नहीं। ते जीवन ये बन जाए कि एक दाते एक भिखारी जी सब तेरे चोज विडाना, दाते अंदर भी तू भिखारी अंदर भी तू। ते गुरु साहब फिर अरदास करते ने, आखते ने कि हम नहीं चंगे बुरा नहीं कोई। जदों ये भावना बन जाएगी कि हम नहीं चंगे बुरा नहीं कोई, प्रणवत नानक तारे सोए। सतगुर कृपा करन पावन बचन हृदय बस जान। बोलदियां बेअंत भुला मेरा गुरु समर्थ है, संगत बख्शण जोग है। बख्श देना फतेह नाल सांझ करो। आखो जी वाह।